ਸਤਿ ਸ਼੍ਰੀ ਅਕਾਲ ਜੀ। ਤੁਸੀਂ ਵੇਖ ਰਹੇ ਹੋ ਅਜੀਤ ਵੈਬ ਟੀਵੀ। ਅਜੀਤ ਖਬਰਾਂ ਦੇ ਅੱਜ ਦੇ ਇਸ ਬੁਲੇਟਿਨ ਦੇ ਵਿੱਚ ਤੁਹਾਡਾ ਸਾਰਿਆਂ ਦਾ ਨਿੱਘਾ ਸਵਾਗਤ। ਮੈਂ ਹਾਂ ਕਮਲਪ੍ਰੀਤ ਸਿੰਘ ਤੇ ਖਬਰਾਂ ਦੀ ਸ਼ੁਰੂਆਤ ਚੋਣਵੀਆਂ ਖਬਰਾਂ ਦੇ ਨਾਲ। ਹੁਸ਼ਿਆਰਪੁਰ 'ਚ 7 ਅਤੇ ਬਟਾਲਾ 'ਚ 4 ਗਰਭਵਤੀ ਔਰਤਾਂ ਦੇ ਕੋਰੋਨਾ ਟੈਸਟ ਪੋਜ਼ਿਟਿਵ। ਸ਼ਰਾਬ ਪੀਣ ਨੂੰ ਲੈ ਕੇ ਵਿਅਕਤੀ ਦਾ ਕਤਲ। ਲੁਧਿਆਣਾ ਵਿੱਚ ਕੰਮ ਨਾ ਚੱਲਣ ਤੇ ਡਰਾਈਵਰ ਵੱਲੋਂ ਖੁਦਕੁਸ਼ੀ। ਟਰੱਕਾਂ ਦੀ ਟੱਕਰ 'ਚ ਡਰਾਈਵਰਾਂ ਦੀ ਮੌਤ ਅਤੇ ਲੁਧਿਆਣਾ ਦੇ ਬੁੱਢੇ ਨਾਲੇ ਦਾ ਪਾਣੀ ਫਿਰ ਹੋਇਆ ਕਾਲਾ। ਤੇ ਹੁਣ ਇਹਨਾਂ ਖਬਰਾਂ ਦਾ ਵਿਸਥਾਰ ਤੇ ਬਾਕੀ ਦੀਆਂ ਅਹਿਮ ਖਬਰਾਂ ਦਾ ਖੁਲਾਸਾ। ਹੁਸ਼ਿਆਰਪੁਰ ਜ਼ਿਲ੍ਹੇ 'ਚ ਕੋਵਿਡ-19 ਦੇ 7 ਨਵੇਂ ਮਰੀਜ਼ਾਂ ਦੀ ਪੁਸ਼ਟੀ ਹੋਣ ਨਾਲ ਹੁਣ ਕੁੱਲ ਪੋਜ਼ਿਟਿਵ ਮਰੀਜ਼ਾਂ ਦੀ ਗਿਣਤੀ 103 ਤੇ ਜਾ ਪੁੱਜੀ ਹੈ। ਬੀਤੇ ਦਿਨ ਪੋਜ਼ਿਟਿਵ ਮਰੀਜ਼ਾਂ ਦੇ ਸੰਪਰਕ 'ਚ ਆਉਣ ਵਾਲੇ 92 ਵਿਅਕਤੀਆਂ ਦੇ ਸੈਂਪਲ ਲਏ ਗਏ ਸਨ, ਜਿਨ੍ਹਾਂ 'ਚੋਂ 7 ਪੋਜ਼ਿਟਿਵ ਆਏ ਹਨ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਸਿਵਲ ਸਰਜਨ ਡਾਕਟਰ ਜਸਬੀਰ ਸਿੰਘ ਨੇ ਦੱਸਿਆ ਕਿ ਜਿੱਥੇ ਮਰੀਜ਼ਾਂ ਦੀ ਗਿਣਤੀ ਵਧੀ ਹੈ, ਉੱਥੇ ਅੱਜ ਤੱਕ 99 ਮਰੀਜ਼ ਠੀਕ ਹੋ ਕੇ ਘਰ ਜਾ ਚੁੱਕੇ ਹਨ ਅਤੇ 9 ਮਰੀਜ਼ ਐਕਟਿਵ ਹਨ। ਦੂਜੇ ਪਾਸੇ ਬਟਾਲਾ 'ਚ 4 ਗਰਭਵਤੀ ਔਰਤਾਂ ਦੇ ਨਮੂਨੇ ਲਏ ਗਏ ਸਨ, ਜਿਨ੍ਹਾਂ ਦੀ ਅੱਜ ਕੋਰੋਨਾ ਰਿਪੋਰਟ ਪੋਜ਼ਿਟਿਵ ਆਈ ਹੈ, ਜਿਨ੍ਹਾਂ 'ਚ 2 ਔਰਤਾਂ ਨੇ ਬੱਚਿਆਂ ਨੂੰ ਜਨਮ ਦੇ ਦਿੱਤਾ ਹੈ। ਇਸ ਦੇ ਨਾਲ ਹੀ ਗੜ੍ਹਸ਼ੰਕਰ ਦੇ ਪਿੰਡ ਖੁਰਾਲੀ ਨਿਵਾਸੀ ਮਹਾਰਾਸ਼ਟਰ ਤੋਂ ਪਰਤੇ ਵਿਅਕਤੀ ਦੀ ਕੋਰੋਨਾ ਰਿਪੋਰਟ ਪੋਜ਼ਿਟਿਵ ਆਈ ਹੈ। ਉੱਥੇ ਹੀ ਕੋਰੋਨਾ ਦੀ ਚਪੇਟ ਵਿੱਚ ਆਏ ਅੰਮ੍ਰਿਤਸਰ ਦੇ 2.25 ਮਹੀਨਿਆਂ ਦੇ ਬੱਚੇ ਦੀ ਅੰਮ੍ਰਿਤਸਰ ਦੇ ਗੁਰੂ ਨਾਨਕ ਦੇਵ ਹਸਪਤਾਲ 'ਚ ਮੌਤ ਹੋ ਗਈ। ਜਲੰਧਰ 'ਚ ਵੀ ਕੋਰੋਨਾ ਵਾਇਰਸ ਤੋਂ ਪੀੜਿਤ ਇੱਕ ਹੋਰ ਮਰੀਜ਼ ਦੀ ਪੁਸ਼ਟੀ ਹੋਈ ਹੈ। ਜ਼ਿਲ੍ਹਾ ਹੁਸ਼ਿਆਰਪੁਰ ਦੇ ਅੰਦਰ ਜੋ ਸਾਡੇ ਕੋਲੇ ਹੁਣ ਤੱਕ ਰਿਪੋਰਟ ਹੈ, ਉਹ 1710 ਜਿਹੜੇ ਸਾਡੇ ਸੈਂਪਲ ਹੈਗੇ ਹੁਣ ਤੱਕ ਹੋਏ ਹੈ ਇਹ ਕੋਵਿਡ ਮਰੀਜ਼ਾਂ ਦੇ, ਔਰ ਇਹਨਾਂ ਦੇ ਵਿੱਚੋਂ 103 ਜਿਹੜੇ ਪੋਜ਼ਿਟਿਵ ਹੋਏ ਹੁਣ ਤੱਕ ਆਏ ਹੈ, ਔਰ ਇਹਨਾਂ 5 ਡੈਥ ਹੋਈਆਂ। ਔਰ ਸਾਡੇ ਕੋਲੇ ਐਕਟਿਵ ਜਿਹੜੇ ਕੇਸਿਸ ਨੇ ਹੁਣ ਤੱਕ 9 ਜਿਹੜੇ ਹੈਗੇ ਆ ਉਹ ਕੇਸ ਐਕਟਿਵ ਨੇ, ਬਾਕੀ ਸਾਰੇ ਜਿਹੜੇ ਕਿਉਰਡ ਹੋ ਕੇ ਆਪਣੇ ਆਪਣੇ ਘਰ ਚਲੇ ਗਏ ਹੋਏ ਆ। ਔਰ 116 ਜਿਹੜੇ ਸੈਂਪਲ ਨੇ ਉਹਨਾਂ ਦੀ ਰਿਪੋਰਟ ਹਾਲੇ ਆਉਣੀ ਬਾਕੀ ਹੈ। ਔਰ ਅਸੀਂ ਪਬਲਿਕ ਨੂੰ ਇਹੀ ਅਪੀਲ ਕਰਦੇ ਹੈਗੇ ਹਾਂ ਕਿ ਆਪਣੀ ਜਦੋਂ ਬਾਹਰ ਨਿਕਲਣਾ ਤਾਂ ਮਾਸਕ ਜਿਹੜਾ ਹੈਗਾ ਉਹ ਜ਼ਰੂਰ ਲੈ ਕੇ ਬਾਹਰ ਨਿਕਲਣ, ਕਿਉਂਕਿ ਮਾਸਕ ਨਾਲ ਜਿਹੜਾ ਹੈਗਾ ਇੱਕ ਤਾਂ ਤੁਸੀਂ ਆਪ ਸੇਫ ਹੋ ਜਾਂਦੇ ਹੋ ਔਰ ਦੂਸਰਾ ਵੀ ਜਿਹੜਾ ਤੁਹਾਡੇ ਤੋਂ ਉਹ ਸੇਫ ਹੋ ਜਾਂਦਾ। ਇਸ ਕਰਕੇ ਮਾਸਕ ਪਹਿਨਣਾ ਪਬਲਿਕ ਪਲੇਸਿਸ ਦੇ ਵਿੱਚ ਬਹੁਤ ਜ਼ਿਆਦਾ ਜ਼ਰੂਰੀ ਹੈ। ਜਿਹੜੇ ਪੋਜ਼ਿਟਿਵ ਨਵੇਂ ਕੇਸ ਆਏ ਆ, ਇਹ ਕਿੱਦਾਂ ਆਇਆ ਕਿਹਦੇ ਸੰਪਰਕ ਦੇ? ਇਹ ਇੱਕ ਪੇਸ਼ੈਂਟ ਸਾਡਾ ਕਿਡਨੀ ਫੇਲਰ ਦਾ ਪੇਸ਼ੈਂਟ ਜਲੰਧਰ ਦਾਖਲ ਸੀਗਾ, ਉਹਦੀ ਡੈਥ ਹੋ ਗਈ ਸੀ, ਔਰ ਉਹਦੀ ਫੈਮਿਲੀ ਹੀ ਇਹ ਜਿਹੜੇ 5 ਪੇਸ਼ੈਂਟ ਹੈ ਜਿਹੜੇ ਉਹਦੀ ਫੈਮਿਲੀ ਦੇ ਹੀ ਪੇਸ਼ੈਂਟ ਹੈ, ਔਰ ਜਿਹੜੇ ਕਿ ਪੋਜ਼ਿਟਿਵ ਆਏ ਹੈ, ਔਰ ਇੱਕ ਉਹਦੇ ਕੰਟੈਕਟ ਟ੍ਰੇਸਿੰਗ ਤੋਂ ਬਾਅਦ ਇਹ ਪੋਜ਼ਿਟਿਵ ਆਏ ਹੈ। ਔਰ ਉੱਥੇ ਜਿੱਥੇ ਕੇਸ ਹੋਏ ਆ ਉੱਥੇ ਆਪਣੀਆਂ ਟੀਮਾਂ ਚਲੇ ਗਈਆਂ? ਹਾਂਜੀ, ਉੱਥੇ ਸਾਡੀਆਂ RRT ਟੀਮ ਜਿਹੜੀਆਂ ਉਹਨਾਂ ਨੂੰ ਜਾ ਕੇ ਤੇ ਹੁਣ ਅਸੀਂ ਉਹਨਾਂ ਨੂੰ ਆਈਸੋਲੇਟ ਕਰ ਲੈਣਾ। ਨਕੋਦਰ ਦੇ ਨਾਲ ਲੱਗਦੇ ਪਿੰਡ ਟਾਹਲੀ 'ਚ 2 ਵਿਅਕਤੀ ਸ਼ਰਾਬ ਪੀਣ ਤੋਂ ਬਾਅਦ ਆਪਸ ਵਿੱਚ ਝਗੜ ਪਏ, ਜਿਸ ਤੋਂ ਬਾਅਦ ਇੱਕ ਵਿਅਕਤੀ ਨੇ ਦੂਜੇ ਦਾ ਕਤਲ ਕਰ ਦਿੱਤਾ। ਸੂਚਨਾ ਮਿਲਣ ਤੇ ਪਹੁੰਚੇ ਨਕੋਦਰ ਦੇ ਥਾਣਾ ਪ੍ਰਭਾਰੀ ਸਿਕੰਦਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੀ ਪਹਿਚਾਣ ਮੁਹੰਮਦ ਅਜ਼ੀਮ ਜਦਕਿ ਦੋਸ਼ੀ ਦੀ ਪਹਿਚਾਣ ਹਾਬੀਲ ਕਰੇਟਿਆ ਦੇ ਤੌਰ ਤੇ ਹੋਈ ਹੈ। ਪੁਲਿਸ ਨੇ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਹ ਸਾਡੇ ਸਦਰ ਥਾਣੇ ਏਰੀਏ ਪਿੰਡ ਟਾਹਲੀ ਪੈਂਦਾ ਹੈ। ਉੱਥੇ 2 ਪ੍ਰਵਾਸੀ ਮਜ਼ਦੂਰ ਅਲੱਗ-ਅਲੱਗ ਕਿਸਾਨਾਂ ਦੇ ਕੰਮ ਕਰਦੇ ਸੀਗੇ, ਜਿਹੜੇ ਰਾਤੀ ਸ਼ਰਾਬ ਦੇ ਨਸ਼ੇ ਦੇ ਵਿੱਚ ਆਪਸ ਵਿੱਚ ਝਗੜ ਪਏ, ਗਾਲੀ ਗਲੋਚ ਹੋਇਆ ਨਾ, ਆਪਸ ਦੇ ਵਿੱਚ ਕਰੀਬ 11 ਸਾਢੇ 11 ਦੇ ਕਰੀਬ ਇਹਨਾਂ ਦੀ ਲੜਾਈ ਹੋ ਗਈ। ਲੜਾਈ ਦੌਰਾਨ ਜਿਹੜਾ ਹੈਗਾ ਮੁਹੰਮਦ ਅਜੀਜ਼ ਏਰੀਆ ਜੀਤੂ ਜੋ ਬਿਹਾਰ ਸਟੇਟ ਦਾ ਰਹਿਣ ਵਾਲਾ, ਇਹਦੇ ਸਿਰ ਦੇ ਵਿੱਚ ਰਾਹੁਲ ਕਟੇਰੀਆ ਨਾਮ ਦਾ ਭਈਆ ਉੱਥੇ ਹੀ ਟਾਹਲੀ ਪਿੰਡੀ ਦੂਜੇ ਕਿਸਾਨ ਦੇ ਕੰਮ ਕਰਦਾ ਸੀਗਾ। ਉਹਨੇ ਇਹਦੇ ਸਿਰ ਦੇ ਵਿੱਚ ਜਿਹੜਾ ਗੋਹਾ ਢਾਉਣ ਵਾਲਾ ਹੁੰਦਾ ਹਥਿਆਰ ਆ, ਉਹਦੇ ਨਾਲ ਇਹਦੇ ਸਿਰ ਦੇ ਵਿੱਚ ਮਾਰ ਕੇ ਤੇ ਇਹਦਾ ਜਿਹੜਾ ਰਾਤੀ ਕਤਲ ਕਰਤਾ। ਤੇ ਇਹ ਜਿਹੜਾ ਅਸੀਂ ਇਹਦੀ ਤਫਤੀਸ਼ ਕਰ ਰਹੇ ਹਾਂ, ਤਫਤੀਸ਼ ਕਰਕੇ ਇਹ ਦੋਸ਼ੀ ਨੂੰ ਕਾਬੂ ਕਰਕੇ ਇਹਦੀ ਅਗਲੀ ਕਾਰਵਾਈ ਜਿਹੜੀ ਅਮਲ 'ਚ ਲਿਆਂਦੀ ਜਾਏਗੀ। ਕੋਰੋਨਾ ਕਾਲ ਦੇ ਦੌਰਾਨ ਵੱਡੀ ਤਾਦਾਦ ਵਿੱਚ ਆਰਥਿਕ ਮੰਦੀ ਦਾ ਜਿੱਥੇ ਲੋਕਾਂ ਨੂੰ ਸਾਹਮਣਾ ਕਰਨਾ ਪੈ ਰਿਹਾ ਹੈ, ਉੱਥੇ ਹੀ ਟੈਕਸੀ, ਆਟੋ ਅਤੇ ਰਿਕਸ਼ਾ ਬੰਦ ਹੋਣ ਕਾਰਨ ਡਰਾਈਵਰਾਂ 'ਤੇ ਮੰਦੀ ਦੀ ਮਾਰ ਪੈ ਗਈ ਹੈ। ਲੁਧਿਆਣਾ ਦੇ ਲੋਹਾਰਾ ਇਲਾਕੇ ਵਿੱਚ 38 ਸਾਲਾ ਅਮਨਦੀਪ ਨੇ ਅੱਜ ਖੁਦਕੁਸ਼ੀ ਕਰ ਲਈ। ਮ੍ਰਿਤਕ ਕੰਮਕਾਰ ਨਾ ਚੱਲਣ ਕਰਕੇ ਆਰਥਿਕ ਮੰਦੀ ਦੀ ਮਾਰ ਚੱਲ ਰਿਹਾ ਸੀ। ਮ੍ਰਿਤਕ ਦੀ ਪਤਨੀ ਅਤੇ ਉਸ ਦੀ ਮਾਤਾ ਨੇ ਦੱਸਿਆ ਕਿ ਅਮਨਦੀਪ ਬੀਤੇ 2 ਮਹੀਨਿਆਂ ਤੋਂ ਕਰਫਿਊ ਲੱਗੇ ਹੋਣ ਕਾਰਨ ਪਰੇਸ਼ਾਨ ਸੀ। ਮਾਮਲਾ ਕੁਛ ਨਹੀਂ ਜੀ, ਬਸ ਲੋਕਡਾਊਨ ਕਰਕੇ ਪਰੇਸ਼ਾਨੀ ਸੀ, ਦਿਮਾਗੀ ਤੌਰ ਤੇ ਪਰੇਸ਼ਾਨ ਸੀ, ਕੰਮਕਾਰ ਹੈ ਨਹੀਂ ਸੀ, ਬੱਚਿਆਂ ਦੇ ਸਕੂਲ ਦੀਆਂ ਫੀਸਾਂ ਦੇਣ ਵਾਲੀਆਂ ਸੀ, ਹੋਰ ਬਹੁਤ ਬੁਰਾ ਹਾਲ ਸੀ, ਘਰ ਦਾ ਕੰਮਕਾਰ ਹੈ ਨਹੀਂ ਸੀ ਉਹਨਾਂ ਦਾ ਕੋਈ ਵੀ। ਕਿਸ ਤਰ੍ਹਾਂ ਦਾ ਕੋਈ ਤੁਹਾਨੂੰ ਲੱਗਦਾ ਸੀ ਕਿ ਕੋਈ ਉਹ ਪਰੇਸ਼ਾਨ ਇਸ ਤਰ੍ਹਾਂ ਦਾ ਕਦਮ ਚੱਕ ਸਕਦੇ? ਨਹੀਂ, ਇਦਾਂ ਦੇ ਹੈ ਨਹੀਂ ਸੀ, ਬਿਲਕੁਲ ਨਹੀਂ ਹੈਗੇ ਸੀ ਇਦਾਂ ਦੇ।
ਇੱਧਰ ਤਾਂ ਬਿਲਕੁਲ ਹੀ ਨਹੀਂ ਹੈਗੀ ਸੀ। ਤੁਹਾਨੂੰ ਕਿਦੋਂ ਪਤਾ ਲੱਗਿਆ? ਮੈਨੂੰ ਸਵੇਰੇ ਤੜਕੇ 4 ਵਜੇ ਪਤਾ ਲੱਗਿਆ ਜੀ। ਉਧਰੋਂ ਲੈ ਕੇ ਆਏ ਆ ਮੈਨੂੰ ਮੰਮੀ ਘਰੋਂ ਮੇਰੇ, ਉਧਰ ਗਏ ਸੀ। ਮਾਮਲੂ ਜੀ ਮੈਂ ਬੱਚਾ ਮੇਰਾ ਪਰੇਸ਼ਾਨ ਬਹੁਤ ਸੀ ਰਹਿੰਦਾ, ਕੰਮਕਾਰ ਤੋਂ, ਬੱਚਿਆਂ ਦੀਆਂ ਫੀਸਾਂ ਤੋਂ, ਕੋਈ ਘਰ 'ਚ ਰਾਸ਼ਨ ਨਹੀਂ ਹੁੰਦਾ ਸੀਗਾ, ਇਸ ਕਰਕੇ ਬਹੁਤ ਪਰੇਸ਼ਾਨੀ ਸੀ ਘਰ 'ਚ ਰਹਿੰਦਾ ਸੀਗਾ। ਕੋਈ ਸਰਕਾਰੀ ਮਦਦ ਮਿਲੀ, ਕੋਈ ਰਾਸ਼ਨ ਮਿਲਿਆ ਤੁਹਾਨੂੰ? ਹਾਂਜੀ ਸਾਨੂੰ ਨਹੀਂ ਜੀ ਰਾਸ਼ਨ ਨਹੀਂ ਜੀ ਕੋਈ ਸਾਨੂੰ ਮਿਲਿਆ। ਤੁਸੀਂ ਅਪਲਾਈ ਕੀਤਾ ਸੀ? ਹਾਂਜੀ ਕੀਤਾ ਸੀਗਾ ਤੇ ਉਸ ਤੋਂ ਪਰ ਬਾਅਦ ਨਹੀਂ ਮਿਲਿਆ? ਨਹੀਂ ਮਿਲਿਆ ਨਹੀਂ। ਗੁਰਦਾਸਪੁਰ ਰਮਦਾਸ ਕੌਮੀ ਸ਼ਾਹ ਮਾਰਗ 354 ਉੱਤੇ ਬਲਾਕ ਕਲਾਨੌਰ ਦੇ ਪਿੰਡ ਨੜਾਵਾਲੀ ਨੇੜੇ 2 ਟਰੱਕਾਂ ਦਰਮਿਆਨ ਵਾਪਰੇ ਦਰਦਨਾਕ ਤੇ ਭਿਆਨਕ ਹਾਦਸੇ 'ਚ ਦੋਹਾਂ ਟਰੱਕਾਂ ਦੇ ਡਰਾਈਵਰਾਂ ਦੀ ਮੌਤ ਹੋਣ ਦੀ ਖਬਰ ਹੈ, ਜਿਸ ਕਾਰਨ ਜ਼ਿਲ੍ਹਾ ਗੁਰਦਾਸਪੁਰ ਦੇ ਸਰਹੱਦੀ ਬਲਾਕ ਕਲਾਨੌਰ 'ਚ ਸੋਗ ਦੀ ਲਹਿਰ ਪਾਈ ਜਾ ਰਹੀ ਹੈ। ਪੁਲਿਸ ਅਨੁਸਾਰ ਦੋਹਾਂ ਟਰੱਕਾਂ ਦਰਮਿਆਨ ਕੌਮੀ ਸ਼ਾਹ ਮਾਰਗ ਤੇ ਸਥਿਤ ਪਿੰਡ ਨੜਾਵਾਲੀ ਨੇੜੇ ਭਿਆਨਕ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਇੱਕ ਟਰੱਕ ਗੁਰਦਾਸਪੁਰ ਵਾਲੇ ਪਾਸਿਓਂ ਤੇ ਦੂਜਾ ਟਰੱਕ ਕਲਾਨੌਰ ਤੋਂ ਗੁਰਦਾਸਪੁਰ ਨੂੰ ਜਾ ਰਿਹਾ ਸੀ। ਹਾਦਸੇ ਉਪਰੰਤ ਇੱਕ ਡਰਾਈਵਰ ਦੀ ਮੌਕੇ ਤੇ ਹੀ ਮੌਤ ਹੋ ਗਈ, ਜਦਕਿ ਦੂਸਰਾ ਡਰਾਈਵਰ ਵੀ ਜ਼ਖਮਾਂ ਦੀ ਤਾਬ ਨਾ ਸਹਾਰਦਾ ਹੋਇਆ ਦਮ ਤੋੜ ਗਿਆ। ਇਸ ਸੰਬੰਧੀ ਕਲਾਨੌਰ ਪੁਲਿਸ ਵੱਲੋਂ ਮੌਕੇ ਤੇ ਪਹੁੰਚ ਕੇ ਕਾਰਵਾਈ ਕੀਤੀ ਗਈ। ਕੱਲ੍ਹ ਰਾਤ ਸਾਡੇ ਕੋਲ ਇਨਫੋਰਮੇਸ਼ਨ ਆਈ ਸੀ ਕੁਝ 8:30 ਦੇ ਕਰੀਬ ਵੀ ਨੜਾਲੀ ਪੁਲ ਦੇ ਕੋਲ ਇੱਕ ਬਹੁਤ ਹੀ ਖਤਰਨਾਕ ਹਾਦਸਾ ਵਾਪਰਿਆ ਹੈ। 2 ਟਰੱਕਾਂ ਦੀ ਆਪਸ 'ਚ ਟੱਕਰ ਹੋਈ ਹੈ। ਜਦੋਂ ਉੱਥੇ ਮੌਕੇ 'ਤੇ ਸਾਡੀ ਪੁਲਿਸ ਪਾਰਟੀ ਪਹੁੰਚੀ ਤੇ ਐਂਬੂਲੈਂਸ ਨੂੰ ਵੀ ਕਾਲ ਕੀਤੀ ਤੇ ਉੱਥੇ ਵੇਰਕਾ ਵਾਲਾ ਟਰੱਕ ਜਿਹੜਾ ਕਲਾਨੌਰ ਤੋਂ ਗੁਰਦਾਸਪੁਰ ਨੂੰ ਜਾ ਰਿਹਾ ਸੀ ਤੇ ਇੱਕ ਗੁਰਦਾਸਪੁਰੋਂ ਦੂਸਰਾ ਟਰੱਕ ਇੱਧਰ ਨੂੰ ਆ ਰਿਹਾ ਸੀ। ਦੋਨਾਂ ਦੀ ਆਪਸ 'ਚ ਟੱਕਰ ਹੋ ਗਈ। ਜਿਹੜੇ ਡਰਾਈਵਰ ਦੋਵਾਂ ਟਰੱਕਾਂ ਦੇ ਵਿੱਚ ਬਹੁਤ ਬੁਰੀ ਤਰ੍ਹਾਂ ਫਸ ਗਏ ਤੇ ਜਿਹੜਾ ਵੇਰਕਾ ਦਾ ਡਰਾਈਵਰ ਸੀ ਗੁਰਬਾਜ ਸਿੰਘ ਵਾਸੀ ਮਾਲ ਪਿੰਡ ਤੋਂ, ਉਹਦੀ ਤਾਂ ਮੌਕੇ 'ਤੇ ਹੀ ਮੌਤ ਹੋ ਗਈ, ਜਿਸ ਨੂੰ ਬੋਡੀ ਨੂੰ ਕਢਵਾ ਕੇ ਤੇ ਗੁਰਦਾਸਪੁਰ ਸਿਵਲ ਹਸਪੀਟਲ ਡੈੱਡ ਹਾਊਸ ਵਿੱਚ ਭੇਜਿਆ ਗਿਆ। ਤੇ ਜਿਹੜਾ ਦੂਸਰਾ ਸੇਵਾ ਸਿੰਘ ਆ ਵਾਸੀ ਮੀਰ ਕਚਾਣੇ ਦਾ, ਜਿਹੜਾ ਟਰੱਕ ਚਲਾ ਰਿਹਾ ਸੀ, ਉਸ ਨੂੰ ਐਂਬੂਲੈਂਸ 'ਚ ਪਾ ਕੇ ਸਿਵਲ ਹਸਪੀਟਲ ਭੇਜਿਆ ਗਿਆ, ਜਿੱਥੇ ਪਹੁੰਚਦਿਆਂ ਹੀ ਡਾਕਟਰਾਂ ਨੇ ਉਸ ਨੂੰ ਵੀ ਮ੍ਰਿਤਕ ਕਰਾ ਦਿੱਤਾ ਸੀ। ਪੁਲਿਸ ਵੱਲੋਂ ਵੀ ਕਾਰਵਾਈ ਕੀਤੀ ਗਈ? ਇਹਦੇ ਵਿੱਚ ਅਸੀਂ ਸੁਖਦੇਵ ਸਿੰਘ ਦੇ ਬਿਆਨਾਂ ਦੇ ਆਧਾਰ ਦੇ ਉੱਤੇ 304A 279 ਦਾ FIR ਰਜਿਸਟਰ ਕੀਤੀ ਸੀ, ਜਿਸ ਤੋਂ ਬਾਅਦ ਦੂਸਰੇ ਵਿਅਕਤੀ ਦੀ ਵੀ ਮੌਤ ਹੋ ਗਈ। ਇਸ ਕਰਕੇ ਉਹਨਾਂ ਦੀ ਵੀ ਉਹਦੇ ਵਿੱਚ ਹੀ ਇੰਦਰਾਜ ਕਰਕੇ ਦੋਵਾਂ ਦੀਆਂ ਬੋਡੀਆਂ ਦਾ ਪੋਸਟਮਾਰਟਮ ਕਰਕੇ ਤੇ ਵਾਰਸਾਂ ਦੇ ਹਵਾਲੇ ਕੀਤੀਆਂ ਜਾਣਗੀਆਂ। ਲੁਧਿਆਣਾ ਦਾ ਬੁੱਢਾ ਨਾਲਾ ਇੱਕ ਵਾਰ ਮੁੜ ਤੋਂ ਆਪਣਾ ਵਿਕਰਾਲ ਰੂਪ ਧਾਰ ਗਿਆ ਹੈ। ਬੀਤੇ ਦਿਨੀ 2 ਮਹੀਨੇ ਤੋਂ ਚੱਲ ਰਹੇ ਕਰਫਿਊ ਦੇ ਕਾਰਨ ਬੁੱਢੇ ਨਾਲੇ ਦੇ ਪਾਣੀ ਦਾ ਰੰਗ ਸਾਫ਼ ਹੋ ਗਿਆ ਸੀ, ਪਰ ਪੰਜਾਬ ਦੇ ਵਿੱਚ ਮੁੜ ਤੋਂ ਕਰਫਿਊ ਖਤਮ ਹੋਣ ਕਾਰਨ ਫੈਕਟਰੀਆਂ, ਡਾਈਂਗ, ਡੇਅਰੀਆਂ ਸ਼ੁਰੂ ਹੋ ਗਈਆਂ ਨੇ, ਜਿਸ ਕਰਕੇ ਬੁੱਢੇ ਨਾਲੇ ਦਾ ਰੰਗ ਜੋ ਬੀਤੇ ਦਿਨੀ ਭੂਰਾ ਹੋ ਗਿਆ ਸੀ ਉਹ ਮੁੜ ਤੋਂ ਕਾਲਾ ਹੋ ਗਿਆ ਹੈ ਅਤੇ ਪ੍ਰਦੂਸ਼ਣ ਦਾ ਇੱਕ ਵੱਡਾ ਸਰੋਤ ਬਣ ਗਿਆ ਹੈ। ਅਜੀਤ ਟੀਮ ਵੱਲੋਂ ਜਦੋਂ ਬੁੱਢੇ ਨਾਲੇ ਦਾ ਦੌਰਾ ਕੀਤਾ ਗਿਆ ਤਾਂ ਇਲਾਕੇ ਦੇ RTI ਐਕਟਿਵਿਸਟ ਕੀਮਤੀ ਰਾਵਲ ਨੇ ਦੱਸਿਆ ਕਿ ਇਸ ਤੋਂ ਸਾਬਤ ਹੁੰਦਾ ਹੈ ਕਿ ਬੁੱਢੇ ਨਾਲੇ ਤੇ ਪ੍ਰਦੂਸ਼ਿਤ ਪਾਣੀ ਲਈ ਡਾਈਂਗ ਫੈਕਟਰੀਆਂ ਅਤੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਹੀ ਜ਼ਿੰਮੇਵਾਰ ਹੈ। ਸਾਨੂੰ ਫੈਕਟਰੀਆਂ ਖੋਲ੍ਹਣ ਦਾ ਨਹੀਂ ਰੋਸ਼ ਨਹੀਂ ਹੈ, ਸਾਨੂੰ ਇਹ ਹੈ ਕਿ ਇਹਨਾਂ ਟ੍ਰੀਟਮੈਂਟ ਪਲਾਂਟ ਹੋਣ ਔਰ ਇਹਨਾਂ ਦਾ ਮਤਲਬ ਟ੍ਰੀਟਮੈਂਟ ਹੋ ਕੇ ਪਾਣੀ ਗਿਰੇ, ਲੇਕਿਨ ਇਹ ਪਾਣੀ ਸਿੱਧਾ ਗੰਦੇ ਨਾਲੇ ਛੱਡਦੇ ਆ ਔਰ ਇਹਦੇ ਲਈ ਪੋਲੂਸ਼ਨ ਬੋਰਡ ਦੇ ਅਫਸਰ ਜ਼ਿੰਮੇਵਾਰ ਆ। ਜਿੰਨੀ ਵਾਰੀ ਵੀ ਪੈਸਾ ਇਸ ਨਾਲੇ ਦੀ ਸਫਾਈ ਲਈ ਆਇਆ ਉਹ ਸਭ ਅਫਸਰਾਂ ਦੇ ਤੇ ਪੋਲੀਟੀਸ਼ੀਅਨਾਂ ਦੇ ਘਰ ਗਿਆ, ਗੰਦੇ ਨਾਲੇ ਦੇ ਨਹੀਂ ਲੱਗਿਆ। ਤੁਸੀਂ ਦੇਖਿਆ ਹੋਣਾ ਕਰੇਨਾਂ ਖੜੀਆਂ ਉੱਧਰ ਸਫਾਈ ਕਰਦੇ ਪਏ, ਤੁਸੀਂ 1 ਤੋਂ 1.5 ਕਰੋੜ ਰੁਪਈਆ ਕਲੇਨ ਦਾ ਖਰਚਾ ਪਾਉਂਦੇ ਆ ਸਫਾਈ ਗੰਦੇ ਨਾਲੇ ਸਫਾਈ ਦਾ ਸਾਲ ਦਾ। ਸਫਾਈ ਤੁਹਾਡੇ ਸਾਹਮਣੇ ਹੈ, ਸਭ ਕੁਝ ਤੁਹਾਡੇ ਸਾਹਮਣੇ ਹੈ। ਮੈਂ ਤਾਂ ਇਹੀ ਸਰਕਾਰ ਨੂੰ ਬੇਨਤੀ ਕਰਦਾ ਹਾਂ ਕਿ ਜਦ ਤੱਕ ਕਮਿਸ਼ਨ ਖੋਰੀ ਨਹੀਂ ਇਸ ਵਿੱਚੋਂ ਹਟੇਗੀ, ਕਮਿਸ਼ਨ ਖੋਰੀ ਕਰਕੇ ਹੀ ਇਹ ਗੰਦੇ ਨਾਲੇ ਦਾ ਸੁਧਾਰ ਨਹੀਂ ਹੋ ਰਿਹਾ। ਇਹਦਾ ਕੋਈ ਮਤਲਬ ਪੱਕਾ ਹੱਲ ਤਾਂ ਹੀ ਹੈ ਕਿਸੇ ਕੰਪਨੀ ਨੂੰ ਠੇਕਾ ਦਿੱਤਾ ਜਾਵੇ, ਉਹ ਇਹਦਾ ਕੰਮ ਕਰੇ। ਜਦ ਤੱਕ ਪੋਲੀਟੀਸ਼ੀਅਨਾਂ ਦੇ ਹਿੱਸੇ ਔਰ ਅਫਸਰਾਂ ਦੇ ਹਿੱਸੇ ਤੈਅ ਇਹਨਾਂ 'ਚ ਮਤਲਬ ਉਹਨਾਂ ਦੀ ਨਹੀਂ ਛੁੱਟੀ ਹੁੰਦੀ ਤਦ ਤੱਕ ਕੋਈ ਹੱਲ ਨਹੀਂ ਹੋ ਸਕਦਾ। ਮੈਂ ਇਹਨਾਂ ਦੇ ਵਿੱਚ ਸਿੱਧਾ ਤੋਂ ਸਿੱਧਾ ਸਪਸ਼ਟ ਤੇ ਗੱਲ ਇਹ ਹੈ ਕਿ ਇਹ ਜਿਹੜਾ ਭ੍ਰਸ਼ਟਾਚਾਰ ਹੈ, ਭ੍ਰਸ਼ਟਾਚਾਰ ਹੀ ਮੁੱਖ ਮੁੱਦਾ ਹੈ ਗੰਦੇ ਨਾਲੇ ਦੀ ਸਫਾਈ ਨਾ ਹੋਣ ਦਾ ਕਾਰਨ। ਤੁਹਾਨੂੰ ਲੱਗਦਾ ਕਿ ਲੋਕਡਾਊਨ 'ਚ ਬੁੱਢਾ ਨਾਲਾ ਸਾਫ਼ ਹੋਇਆ ਸੀਗਾ, ਪਾਣੀ ਦਾ ਰੰਗ ਬਦਲਿਆ ਸੀਗਾ, ਹੁਣ ਇੱਕ ਵਾਰੀ ਫਿਰ ਕਾਲਾ ਪਾਣੀ ਸ਼ੁਰੂ ਹੋ ਗਿਆ ਵਾ? ਜੀ ਹਾਂ, ਜਦੋਂ ਲੋਕਡਾਊਨ ਹੋਇਆ ਉਦੋਂ ਪਾਣੀ ਬਿਲਕੁਲ ਘਸਮੈਲਾ ਹੋ ਗਿਆ, ਮਿੱਟੀ ਰੰਗਾ ਹੋ ਗਿਆ ਸੀਗਾ। ਲੋਕਾਂ ਨੇ ਆਪਣੀ ਅੱਖੀਂ ਨਾਲ ਦੇਖਿਆ ਔਰ ਮੀਡੀਆ ਨੇ ਵੀ ਦਿਖਾਇਆ। ਹੁਣ ਜਦੋਂ ਲੋਕਡਾਊਨ ਖੁੱਲ੍ਹਾ ਪਾਣੀ ਫੇਰ ਕਾਲਾ ਹੋ ਗਿਆ 2 ਦਿਨ ਦੇ ਵਿੱਚ, 2 ਦਿਨਾਂ ਦੇ ਵਿੱਚ। ਉਹਦੇ ਲਈ ਕੌਣ ਜ਼ਿੰਮੇਦਾਰ ਹੈ? ਹੁਣ 2 ਦਿਨ ਪਹਿਲਾਂ ਪਾਣੀ ਦੇ ਸੈਂਪਲ ਲਿੱਤੇ ਗਏ, ਪੋਲੂਸ਼ਨ ਬੋਰਡ ਨੇ ਸੈਂਪਲ ਲਿੱਤੇ, ਗੋਂਗਲੋਂ ਮਿੱਟੀ ਝਾੜੀ
ਪਹਿਲਾਂ ਜਦੋਂ ਮਿੱਟੀ ਪਾਣੀ ਦਾ ਰੰਗ ਸਾਫ਼ ਹੋਣਾ ਸ਼ੁਰੂ ਹੋਇਆ ਸੀਗਾ ਉਦੋਂ ਇਹਨਾਂ ਨੇ ਸੈਂਪਲ ਕਿਉਂ ਨਹੀਂ ਲਿੱਤੇ? ਹੁਣ ਇਹਨਾਂ ਨੇ ਸੈਂਪਲ ਲੈ ਕੇ ਗੋਂਗਲੋ ਮਿੱਟੀ ਝਾੜੀ ਆ ਤਾਂ ਕਿ ਲੋਕਾਂ ਨੂੰ ਇਹ ਪਤਾ ਲੱਗ ਗਿਆ ਸੀਗਾ ਕਿ ਜਦੋਂ ਪਾਣੀ ਗੰਦਾ ਕਿਉਂ ਹੋ ਰਿਹਾ। ਪੱਛਮੀ ਬੰਗਾਲ 'ਚ ਚੱਕਰਵਾਤੀ ਤੂਫਾਨ ਕਾਰਨ 72 ਲੋਕਾਂ ਦੀ ਮੌਤ ਹੋ ਗਈ, ਜਿਸ ਤੋਂ ਬਾਅਦ ਸੂਬਾ ਸਰਕਾਰ ਨੇ ਮਾਰੇ ਗਏ ਲੋਕਾਂ ਦੇ ਪਰਿਵਾਰਾਂ ਲਈ ਮੁਆਵਜ਼ੇ ਦਾ ਐਲਾਨ ਕੀਤਾ ਹੈ। ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਕਿਹਾ ਕਿ ਚੱਕਰਵਾਤ ਵਿੱਚ ਮਾਰੇ ਗਏ ਲੋਕਾਂ ਦੇ ਪਰਿਵਾਰਾਂ ਨੂੰ 2 ਲੱਖ ਰੁਪਏ ਮੁਆਵਜ਼ੇ ਵਜੋਂ ਦਿੱਤੇ ਜਾਣਗੇ। ਮੁੱਖ ਮੰਤਰੀ ਮਮਤਾ ਬੈਨਰਜੀ ਨੇ ਕਿਹਾ ਕਿ ਚੱਕਰਵਾਤੀ ਤੂਫਾਨ ਕਾਰਨ ਸੂਬੇ ਵਿੱਚ 72 ਲੋਕਾਂ ਦੀ ਮੌਤ ਹੋ ਗਈ ਹੈ। ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਵੀ ਪੱਛਮੀ ਬੰਗਾਲ ਵਿੱਚ ਆਉਣ ਅਤੇ ਚੱਕਰਵਾਤ ਤੂਫਾਨ ਨਾਲ ਪ੍ਰਭਾਵਿਤ ਖੇਤਰਾਂ ਦਾ ਦੌਰਾ ਕਰਨ ਦੀ ਬੇਨਤੀ ਕੀਤੀ ਹੈ। ਕੋਲਕਾਤਾ ਅਤੇ ਹੋਰ ਪ੍ਰਭਾਵਿਤ ਜ਼ਿਲ੍ਹਿਆਂ ਦੇ ਵੱਡੇ ਹਿੱਸਿਆਂ ਵਿੱਚ ਬਿਜਲੀ ਗੁੱਲ ਹੈ ਕਿਉਂਕਿ ਬਿਜਲੀ ਦੇ ਖੰਭੇ ਉਖੜ ਗਏ ਹਨ। ਤੂਫਾਨ ਨਾਲ ਬਹੁਤ ਸਾਰੇ ਸੰਚਾਰ ਟਾਵਰਾਂ ਨੂੰ ਨੁਕਸਾਨ ਹੋਣ ਕਾਰਨ ਮੋਬਾਈਲ ਅਤੇ ਇੰਟਰਨੈਟ ਸੇਵਾਵਾਂ ਵੀ ਬੰਦ ਹਨ। ਪੰਜਾਬ ਸਰਕਾਰ ਨੇ 59 ਹੋਰ ਵਿਸ਼ੇਸ਼ ਰੇਲਾਂ ਰਾਹੀਂ ਸੂਬੇ ਵਿੱਚ ਰਹਿ ਰਹੇ ਮਜ਼ਦੂਰਾਂ ਅਤੇ ਉਹਨਾਂ ਦੇ ਪਰਿਵਾਰਕ ਮੈਂਬਰਾਂ ਨੂੰ ਉਹਨਾਂ ਦੀ ਇੱਛਾ ਅਨੁਸਾਰ ਪਿਤਰੀ ਰਾਜ ਬਿਹਾਰ ਦੇ ਵੱਖ-ਵੱਖ ਸ਼ਹਿਰਾਂ ਵਿੱਚ ਪਹੁੰਚਾਉਣ ਲਈ ਬਿਹਾਰ ਸਰਕਾਰ ਤੋਂ ਸਹਿਮਤੀ ਮੰਗੀ ਹੈ। ਇਸ ਬਾਬਤ ਪੰਜਾਬ ਦੇ ਮੁੱਖ ਸਕੱਤਰ ਕਰਨ ਅਵਤਾਰ ਸਿੰਘ ਵੱਲੋਂ ਬਿਹਾਰ ਦੇ ਆਪਣੇ ਹਮਰੁਤਬਾ ਦੀਪਕ ਕੁਮਾਰ ਨੂੰ ਪੱਤਰ ਲਿਖਿਆ ਗਿਆ ਹੈ। ਇਸ ਪੱਤਰ ਵਿੱਚ 12 ਰੇਲ ਗੱਡੀਆਂ ਰੋਜ਼ਾਨਾ ਚਲਾਉਣ ਦੀ ਸਹਿਮਤੀ ਮੰਗੀ ਗਈ ਹੈ ਅਤੇ 59 ਰੇਲਾਂ ਦੀ ਸੂਚੀ ਵਿਸਥਾਰ ਸਹਿਤ ਬਿਹਾਰ ਸਰਕਾਰ ਨੂੰ ਭੇਜੀ ਗਈ ਹੈ। ਹਾਲਾਂਕਿ ਇਸ ਤੋਂ ਪਹਿਲਾਂ ਵੀ ਬਿਹਾਰ ਦੇ ਕਈ ਸ਼ਹਿਰਾਂ ਨੂੰ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਤੋਂ ਰੇਲਾਂ ਕੱਢੀਆਂ ਜਾ ਰਹੀਆਂ ਹਨ, ਪਰ ਕਾਫੀ ਮਜ਼ਦੂਰਾਂ ਵੱਲੋਂ ਵਾਪਸ ਜਾਣ ਦੀ ਇੱਛਾ ਦੇ ਤਹਿਤ 59 ਹੋਰ ਰੇਲਾਂ ਚਲਾਉਣ ਦੀ ਪੰਜਾਬ ਸਰਕਾਰ ਨੇ ਬਿਹਾਰ ਤੋਂ ਸਹਿਮਤੀ ਮੰਗੀ ਹੈ। ਰੇਲਵੇ ਮੰਤਰੀ ਪਿਊਸ਼ ਗੋਇਲ ਨੇ ਵੀਰਵਾਰ ਨੂੰ ਕਿਹਾ ਕਿ ਦੇਸ਼ ਭਰ ਦੇ ਲਗਭਗ 1.7 ਲੱਖ ਕਾਮਨ ਸਰਵਿਸ ਸੈਂਟਰਾਂ ਤੋਂ ਰੇਲ ਟਿਕਟਾਂ ਦੀ ਬੁਕਿੰਗ ਸ਼ੁੱਕਰਵਾਰ ਤੋਂ ਮੁੜ ਬਹਾਲ ਕਰ ਦਿੱਤੀ ਜਾਵੇਗੀ। ਕਾਮਨ ਸਰਵਿਸ ਸੈਂਟਰਾਂ ਦਿਹਾਤੀ ਅਤੇ ਦੂਰ ਦੁਰਾਡੇ ਥਾਵਾਂ ਤੇ ਸਰਕਾਰ ਦੀਆਂ ਸੇਵਾਵਾਂ ਪ੍ਰਦਾਨ ਕਰਨ ਵਾਲੇ ਕੇਂਦਰ ਹਨ। ਇਹ ਕੇਂਦਰ ਉਹਨਾਂ ਥਾਵਾਂ ਤੇ ਸਥਿਤ ਹਨ ਜਿੱਥੇ ਕੰਪਿਊਟਰਾਂ ਅਤੇ ਇੰਟਰਨੈਟ ਦੀ ਬਹੁਤ ਘੱਟ ਜਾਂ ਕੋਈ ਉਪਲਬਧਤਾ ਨਹੀਂ ਹੈ। ਰੇਲਵੇ ਮੰਤਰੀ ਨੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਅਤੇ ਗੁਜਰਾਤ ਦੇ ਮੁੱਖ ਮੰਤਰੀ ਵਿਜੇ ਰੂਪਾਨੀ ਦੀ ਵੀ ਰੇਲਵੇ ਨੂੰ ਵਿਸ਼ੇਸ਼ ਸ਼੍ਰਮਿਕ ਰੇਲ ਗੱਡੀਆਂ ਚਲਾਉਣ ਵਿੱਚ ਸਹਾਇਤਾ ਕਰਨ ਲਈ ਪ੍ਰਸ਼ੰਸਾ ਕੀਤੀ ਅਤੇ ਸਹਿਯੋਗ ਨਾ ਦੇਣ ਲਈ ਪੱਛਮੀ ਬੰਗਾਲ ਅਤੇ ਝਾਰਖੰਡ ਦੀ ਆਲੋਚਨਾ ਕੀਤੀ। होता है कि कुछ स्टेट्स ने तो जरा भी हमारे साथ कोऑपरेट नहीं किया। आपको याद होगा वो दृश्य बांद्रा स्टेशन पे कुछ दिन पहले, शायद 13 या 14 तारीख को या 13 या 14 को था या उसके भी पहले था, जो लोग इकट्ठे हो गए थे। अब वो सब पश्चिम बंगाल जाना चाह रहे थे और हमारे पास अनुमति नहीं मिलती थी पश्चिम बंगाल से। पश्चिम बंगाल के लोग देश भर में फैले हुए, मैं समझता हूँ 30-40 लाख लोग कम से कम अपने घर जाना चाहते हो, लेकिन आज तक पश्चिम बंगाल में हम मात्र 27 ट्रेनें चला पाए, ओनली 27। आपको याद होगा 8 या 9 तारीख तक तो मात्र 2 ट्रेनें गई थी, एक अजमेर शरीफ से, एक एर्नाकुलम से। हम रोज परमिशन के लिए अलग अलग राज्य उनसे अनुमति मांगते थे, मिलती नहीं थी। माननीय गृह मंत्री ने उनको पत्र लिखा, उसके बाद भी 8 ट्रेनों की सूची मिली, पर 4-5 दिन तक उसमें से भी सिर्फ 5 ट्रेनें ली गई। बाद में जब मैंने विषय को उजागर किया कि देश भर से लोग कंप्लेन कर रहे हैं, मेरे होम स्टेट महाराष्ट्र से बहुत सारे लोग आना चाह रहे थे पश्चिम बंगाल, वो लोग दिन रात मुझे फोन करते थे। तब पश्चिम बंगाल ने 104 ट्रेनों की सूची दी, जो उस दिन से लेके यानी 14 या 15 मई से लेके 15 जून यानी 30 दिन में मात्र 104 ट्रेनों की सूची। आप कल्पना लगाइए, अगर 1,70,000 लोग 30 दिन में आप भेजोगे, जबकि जाना चाहते हैं 30 लाख, तो हमारे प्रवासी मजदूर भाई बहन करेंगे क्या? स्वाभाविक रूप से परेशान हो। ਸ਼ਹਿਰੀ ਹਵਾਬਾਜ਼ੀ ਮੰਤਰੀ ਹਰਦੀਪ ਸਿੰਘ ਪੁਰੀ ਨੇ ਪ੍ਰੈਸ ਕਾਨਫਰੰਸ ਦੌਰਾਨ ਕਿਹਾ ਕਿ ਕੋਰੋਨਾ ਲਾਕਡਾਊਨ ਕਾਰਨ ਬੰਦ ਹੋਈ ਘਰੇਲੂ ਉਡਾਨ ਸੇਵਾ 25 ਮਈ ਤੋਂ ਪੜਾਅਵਾਰ ਸ਼ੁਰੂ ਹੋਣ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਸਾਰੇ ਹਿੱਤਧਾਰਕਾਂ ਜਿਵੇਂ ਕਿ ਏਅਰਲਾਈਨਾਂ, ਹਵਾਈ ਅੱਡਿਆਂ ਨੇ ਸਹਿਯੋਗ ਕੀਤਾ, ਇਸ ਲਈ ਅਸੀਂ 25 ਮਈ ਤੋਂ ਏਅਰਲਾਈਨਾਂ ਨੂੰ ਮੁੜ ਸ਼ੁਰੂ ਕਰਨ ਦਾ ਫੈਸਲਾ ਕੀਤਾ। ਪੁਰੀ ਨੇ ਕਿਹਾ ਕਿ ਅਸੀਂ ਵੰਦੇ ਭਾਰਤ ਮੁਹਿੰਮ ਤਹਿਤ ਵਿਦੇਸ਼ਾਂ ਵਿੱਚ ਫਸੇ 20,000 ਤੋਂ ਵੱਧ ਭਾਰਤੀ ਨਾਗਰਿਕਾਂ ਨੂੰ ਵਾਪਸ ਲਿਆਂਦਾ ਹੈ। ਉਨ੍ਹਾਂ ਕਿਹਾ ਕਿ ਤਾਲਾਬੰਦੀ ਪ੍ਰਭਾਵਸ਼ਾਲੀ ਸਾਬਤ ਹੋਈ ਹੈ। ਭਾਰਤ ਉਹਨਾਂ ਦੇਸ਼ਾਂ ਵਿੱਚ ਸ਼ਾਮਲ ਹੈ ਜਿੱਥੇ ਕੋਰੋਨਾ ਵਾਇਰਸ ਨਾਲ ਮਰਨ ਵਾਲਿਆਂ ਦੀ ਗਿਣਤੀ ਵਿਸ਼ਵ ਵਿੱਚ ਸਭ ਤੋਂ ਘੱਟ ਹੈ। Now, when we announced the Vande Bharat program on 5th May, we met
virtually. We met through a VC. And I think the very fact that we are meeting on the 21st in a physical setting, and this is something I'm doing, I think, for the second time the last 2 or 3 days. I attended, addressed a similar press conference. I think this is also a reflection of the fact that we have gained more confidence in terms of normalization of the situation and resumption. Under Vande Bharat mission, as we speak, the numbers of our citizens who were stranded and or in distress outside, those coming back is increasing. The latest figure that I have is that we have brought back more than 20,000 of our citizens from various destinations. We have at the same time utilized the outgoing aircraft to carry our citizens who are normally resident abroad and who needed to travel because they have jobs to do, they have got other professional commitments, and they were caught unawares, as it were, prior to the lockdown. Their numbers are less, not because we don't want to carry them, but because our flights to the United States, they're coming chock-a-block full, but they're also going full. But some of the countries from which we are bringing our citizens back, they are at this point of time not allowing foreign nationals to come back. And therefore, some of the people wanting to travel back, they may have permanent visas, they may have other residence permits, but since they are not on the passports of the countries, then there are 6 countries in the Gulf, Middle East, some countries in East Asia also. But the larger point I want to make is that we started somewhat cautiously. In the week between 6th and 13th May, the intention was to bring back about 12,800 or so. That was roughly the idea. We have stuck to those figures, but for the second week, which seamlessly was dovetailed into the first week, we ramped up the numbers, made it more than double. And even as we speak, I know my colleague, the CMD Air India and Secretary Civil Aviation, they are already talking in terms of ramping up the number of people to be brought back. Substantial increase in the number of flights that the Air India family, Air Indian Express will be undertaking. But equally, we have also taken up our private carriers, and I'm very happy about that. They had expressed a desire to participate in the evacuation efforts, and I think it's a tribute to them also that they've stood by us, and they are going to be joining in that effort, which will also enable us to increase the number of flights and ensure that more and more people who are in distress or are stranded outside can come back. But before I move to some other aspects of what we've been doing, I do want to underline that our effort during this Vande Bharat mission was not to bring back everyone who wants to come back. The clear emphasis is on evacuating those of our citizens who are genuinely stranded and in distress abroad. ਬੱਚਿਆਂ ਨੂੰ ਪੜ੍ਹਾਉਣ ਵਾਲੇ ਅਧਿਆਪਕ ਕੋਰੋਨਾ ਵਾਇਰਸ ਦੀ ਰੋਕਥਾਮ ਲਈ ਜਾਰੀ ਤਾਲਾਬੰਦੀ ਦੌਰਾਨ ਹੁਣ ਸ਼ਰਾਬ ਦੀਆਂ ਫੈਕਟਰੀਆਂ ਵਿੱਚ ਹਿਸਾਬ ਕਿਤਾਬ ਕਰਨਗੇ। ਇਹ ਹੁਕਮ ਗੁਰਦਾਸਪੁਰ ਦੇ ਡੀਸੀ ਨੇ ਜਾਰੀ ਕੀਤੇ ਹਨ ਤਾਂ ਜੋ ਸ਼ਰਾਬ ਫੈਕਟਰੀਆਂ ਵਿੱਚ ਹੋ ਰਹੀ ਧਾਂਦਲੀ ਰੋਕੀ ਜਾ ਸਕੇ। ਗੁਰਦਾਸਪੁਰ ਦੇ ਡਿਪਟੀ ਕਮਿਸ਼ਨਰ ਮੁਹੰਮਦ ਅਸ਼ਫਾਕ ਨੇ ਆਪਣੇ ਹੁਕਮਾਂ ਵਿੱਚ ਕਿਹਾ ਹੈ ਕਿ ਅਧਿਆਪਕਾਂ ਨੂੰ ਫੈਕਟਰੀ ਵਿੱਚ ਬਣੀਆਂ ਸ਼ਰਾਬ ਦੀਆਂ ਬੋਤਲਾਂ ਦੀ ਨਿਗਰਾਨੀ ਕਰਨ ਦਾ ਕੰਮ ਦਿੱਤਾ ਗਿਆ ਹੈ। ਆਦੇਸ਼ ਮੁਤਾਬਕ ਅਧਿਆਪਕ ਇਹ ਯਕੀਨੀ ਬਣਾਉਣਗੇ ਕਿ ਕਿੰਨੀਆਂ ਬੋਤਲਾਂ ਬਣੀਆਂ ਅਤੇ ਕਿੰਨੀਆਂ ਵਿਕੀਆਂ ਹਨ। ਡੀਸੀ ਦੇ ਇਸ ਹੁਕਮ ਨੂੰ ਅਧਿਆਪਕਾਂ ਨੇ ਮੰਨਣ ਤੋਂ ਇਨਕਾਰ ਕਰ ਦਿੱਤਾ। ਅਧਿਆਪਕਾਂ ਨੇ ਗੁਰਦਾਸਪੁਰ ਦੇ ਡੀਸੀ ਦਫ਼ਤਰ ਦੇ ਬਾਹਰ ਧਰਨਾ ਲਾਇਆ, ਜਿਸ ਤੋਂ ਬਾਅਦ ਇਹ ਹੁਕਮ ਰੱਦ ਕਰਨੇ ਪਏ। ਇਸ ਦੇ ਨਾਲ ਹੀ ਅਜੀਤ ਖਬਰਾਂ ਦਾ ਅੱਜ ਦਾ ਇਹ ਬੁਲੇਟਿਨ ਇੱਥੇ ਖਤਮ ਹੁੰਦਾ ਹੈ। ਕੱਲ੍ਹ ਤੁਹਾਡੀ ਖਿਦਮਤ ਦੇ ਵਿੱਚ ਤਾਜ਼ਾ ਤਰੀਨ ਖਬਰਾਂ ਦਾ ਇੱਕ ਹੋਰ ਬੁਲੇਟਿਨ ਲੈ ਕੇ ਅਸੀਂ ਫਿਰ ਹਾਜ਼ਰ ਹੋਵਾਂਗੇ। ਤਦ ਤੱਕ ਦੇ ਲਈ ਤੁਸੀਂ ਵੇਖਦੇ ਰਹੋ ਅਜੀਤ ਵੈਬ TV।